ਧੰਨ ਗੁਰੂ ਨਾਨਕ ਜੀ ਦੇ ਪਿਆਰ ਵਿੱਚ ਉਹਨਾਂ ਦੀ ਜ਼ਿੰਦਗੀ ਤੋਂ ਆਪਣੇ ਆਪੇ ਨੂੰ ਵਰਸਾਏ ਜਾਣ ਦੀ ਉਮੀਦ ਲੈ ਜੀਵਨ ਜਿਉਣ ਵਾਲਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਦੇ ਪੰਨੇ 'ਤੇ ਕਈ ਇਹੋ ਜਿਹੇ ਵਿਚਿੱਤਰ ਵਿਸਮਾਦਿਤ ਪੱਖ ਟਿਕੇ ਨੇ ਜਿਹੜੇ ਸਾਡੇ ਵਰਗਿਆਂ ਨੂੰ ਝੰਡਿਆ ਦਿੰਦੇ ਨੇ, ਉਹਨਾਂ ਅੰਦਰ ਇੱਕ ਹੈਰਾਨੀ ਨੂੰ ਜਨਮ ਦਿੰਦੇ ਨੇ। ਉਹਨਾਂ ਪੱਖਾਂ ਵਿੱਚੋਂ ਇੱਕ ਪੱਖ ਸੰਸਾਰ ਦੀ ਉਸ ਭਾਗਸ਼ੀਲ ਇਸਤਰੀ ਨਾਲ ਜੁੜਿਆ ਹੋਇਆ ਹੈ, ਜਿਸ ਇਸਤਰੀ ਨੇ ਸੰਸਾਰ ਦੇ ਸਾਰੇ ਲੋਕਾਂ ਤੋਂ ਪਹਿਲਾਂ ਮੇਰੇ ਗੁਰੂ ਨਾਨਕ ਧੰਨ ਧੰਨ ਗੁਰੂ ਨਾਨਕ ਜੀ ਦਾ ਪਹਿਲਾ ਦਰਸ਼ਨ ਕੀਤਾ। ਇਸਤਰੀ ਜਗਤ ਨੂੰ ਮਾਣ ਪ੍ਰਾਪਤ ਹੈ ਕਿ ਵੇ ਜਦੋਂ ਬਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਆਗਮਨ ਹੁੰਦਾ ਹੈ ਤਾਂ ਉਸ ਮੌਕੇ ਸਾਰਿਆਂ ਤੋਂ ਪਹਿਲਾਂ ਜਿਸ ਭਾਗਸ਼ੀਲ ਇਸਤਰੀ ਦੇ ਦੀਦਿਆਂ ਨੇ ਉਸ ਨਿੱਕੇ ਜਿਹੇ ਬੱਚੇ ਦੇ ਸਰੂਪ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੂੰ ਤੱਕਿਆ, ਉਹ ਸੰਸਾਰ ਦੀ ਭਾਗਸ਼ੀਲ ਇਸਤਰੀ ਅਤਿ ਸਤਿਕਾਰਯੋਗ ਉਹ ਬੀਬੀ ਦੌਲਤਾਂ ਦਾਈ ਜੀ ਨੇ। ਦੌਲਤਾਂ ਉਹਨਾਂ ਦਾ ਨਾਮ ਹੈ। ਦਾਈ ਸ਼ਬਦ ਇਸ ਕਰਕੇ ਨਾਲ ਜੁੜਦਾ ਹੈ ਕਿਉਂਕਿ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਿਨ੍ਹਾਂ ਘਰਾਂ ਵਿੱਚ ਬਾਲਕ ਦਾ ਜਨਮ ਹੋਣਾ ਹੁੰਦਾ ਹੈ, ਉਸ ਮੌਕੇ ਉਹ ਜਨਨੀ ਦੇ ਨਾਲ ਸਹਾਇਕ ਦੇ ਤੌਰ 'ਤੇ ਉਸ ਮਾਹੌਲ ਦੇ ਵਿੱਚ ਹੌਸਲਾ ਦੇ ਕੇ ਉਸ ਕਿਰਿਆ ਨੂੰ ਸਿਖਾਉਣ ਸਰੂਪ ਦੇ ਵਿੱਚ ਸੰਪੂਰਨ ਕਰਨ ਵਿੱਚ ਉਹ ਮਦਦਗੀਰ ਬਣਦੀ ਹੈ। ਉਹ ਇੱਕ ਰਹਿਮ ਦੀ ਮੂਰਤ, ਇੱਕ ਦਇਆ ਦੀ ਮੂਰਤ ਦੇ ਤੌਰ 'ਤੇ ਬੜਾ ਮਹੱਤਵਪੂਰਨ ਕਾਜ ਉਹ ਕਰ ਰਹੀ ਹੁੰਦੀ ਹੈ। ਇਸ ਕਰਕੇ ਸਤਿਕਾਰਯੋਗ ਬੀਬੀ ਦੌਲਤਾਂ ਜੀ, ਉਹਨਾਂ ਨੂੰ ਅਸੀਂ ਅਦਬ ਨਾਲ ਬੀਬੀ ਦੌਲਤਾਂ ਦਾਈ ਜੀ ਕਰਕੇ ਪੁਕਾਰ ਲੈਂਦੇ। ਇੱਥੇ ਇੱਕ ਸਾਖੀ ਲਿਖਣ ਵਾਲਿਆਂ ਨੇ ਇੱਕ ਬੜੀ ਪਿਆਰੀ ਜੀ ਗੱਲ ਸਾਡੇ ਸਾਰਿਆਂ ਦੇ ਧਿਆਨ ਵਿੱਚ ਲੈ ਕੇ ਆਂਦੀ ਕਿ ਬੱਚੇ ਦੇ ਜਨਮ ਤੋਂ ਬਾਅਦ ਚਾਹੇ ਪੁੱਤਰ ਹੈ ਚਾਹੇ ਧੀ ਹੈ, ਜਣੇਪੇ ਮੌਕੇ ਨਾਲ ਸਹਾਇਤਾ ਕਰਨ ਵਾਲੀ ਜੋ ਇਸਤਰੀ ਹੁੰਦੀ ਹੈ, ਉਹਦੇ ਪਰਿਵਾਰ ਦੇ ਨਿਰਵਾਹ ਦੇ ਲਈ ਪਰਿਵਾਰ ਦੇ ਮੁਖੀਆਂ ਵੱਲੋਂ ਉਸ ਨੂੰ ਕੁਝ ਅਨਾਜ ਦਿੱਤਾ ਜਾਂਦਾ ਹੈ, ਕੁਝ ਬਸਤਰ, ਕੁਝ ਪੈਸੇ ਦਿੱਤੇ ਜਾਂਦੇ ਨੇ। ਅੱਜ ਮਹਿਤਾ ਕਲਿਆਣ ਦਾਸ ਜੀ ਨੇ ਇਸ ਭਾਗਾਂ ਵਾਲੀ ਇਸਤਰੀ ਦਾ ਮਾਣ ਕਰਨ ਦੇ ਲਈ ਇਹ ਸਾਰੀਆਂ ਵਸਤੂਆਂ ਇਤਿਹਾਸ ਕਹਿੰਦੇ ਤਿਆਰ ਕੀਤਾ। ਇੱਕ ਪਰਾਤ ਵਿੱਚ ਸਾਰਾ ਕੁਝ ਰੱਖਿਆ ਹੋਏਗਾ ਅਤੇ ਮਹਿਤਾ ਕਲਿਆਣ ਦਾਸ ਜੀ ਇਸ ਭਾਗਾਂ ਵਾਲੀ ਇਸਤਰੀ ਜਿਹਨੇ ਧੰਨ ਗੁਰੂ ਨਾਨਕ ਜੀ ਦਾ ਪਹਿਲਾ ਦਰਸ਼ਨ ਪਾਇਆ ਹੈ, ਇਹ ਵਸਤੂਆਂ ਦੇਣ ਦੇ ਲਈ ਅੱਗੇ ਕੀਤੀਆਂ। ਲਓ ਦੌਲਤਾਂ ਜੀ, ਤੁਸੀਂ ਬਹੁਤ ਮਦਦ ਕੀਤੀ ਹੈ, ਇਹ ਸਾਡੀ ਸੇਵਾ ਕਬੂਲ ਕਰ। ਹੁਣ ਇਤਿਹਾਸ ਦਾ ਕਰਤਾ ਜਾਂ ਉਹ ਸਾਖੀ ਦਾ ਕਰਤਾ ਲਿਖਦਾ ਹੈ ਕਿ ਦੌਲਤਾਂ ਜੀ ਭਾਗਾਂ ਵਾਲੀ ਇਸਤਰੀ ਕਿਸੇ ਅਜੀਬ ਜਿਹੀ ਸੰਤੁਸ਼ਟੀ ਵਿੱਚ ਹੈ, ਕਿਸੇ ਵਜਦ ਦੇ ਵਿੱਚ ਹੈ, ਜਿੱਥੇ ਬੇਪਰਵਾਹੀ ਦੀ ਬਹੁਤ ਉੱਚੀ ਅਵਸਥਾ ਹੁੰਦੀ ਹੈ। ਉਸ ਦੁਨੀਆ ਦੀ ਵਿੱਚ ਉਡਾਰਾਂ ਮਾਰ ਰਹੀ ਹੈ ਸੁਰਤ ਕਰਕੇ।
ਤੇ ਬੀਬੀ ਦੌਲਤਾਂ ਦਾਈ ਜੀ ਨੇ ਮਹਿਤਾ ਕਲਿਆਣ ਦਾਸ ਜੀ ਨੂੰ ਕਿਹਾ, ਮਹਿਤਾ ਜੀ ਰਹਿਣ ਦਿਓ, ਇਹ ਰਹਿਣ ਦਿਓ, ਮੇਰੇ ਕਾਸ ਕੰਮ। ਮਹਿਤਾ ਜੀ ਹੱਕੇ ਬੱਕੇ ਰਹਿ ਜਾਂਦੇ। ਇਹ ਗਰੀਬ ਘਰ ਦੀ ਸੁਆਣੀ ਜਿਹਦੀ ਜ਼ਿੰਦਗੀ ਦਾ ਨਿਰਵਾਹ ਇਸ ਮੌਕੇ 'ਤੇ ਮਦਦ ਕਰਕੇ ਘਰਾਂ ਵਿੱਚ ਪ੍ਰਾਪਤ ਹੋਣ ਵਾਲੇ ਅਨਾਜ, ਬਸਤਰ ਅਤੇ ਪੈਸੇ ਨਾਲ ਚੱਲਦਾ, ਅੱਜ ਇਹ ਸਾਰਾ ਕੁਝ ਲੈਣ ਤੋਂ ਇਨਕਾਰ ਕਰ ਰਹੀ ਹੈ। ਇਹ ਕੀ ਗੱਲ ਹੈ? ਐਸਾ ਕਿਉਂ ਕੀਤਾ ਜਾ ਰਿਹਾ? ਹੁਣ ਮਹਿਤਾ ਕਲਿਆਣ ਦਾਸ ਜੀ ਨੇ ਸਤਿਕਾਰਯੋਗ ਬੀਬੀ ਦੌਲਤਾਂ ਜੀ ਦੇ ਅੱਗੇ ਬੇਨਤੀ ਕੀਤੀ, ਬੀਬੀ ਜੀ ਕੀ ਗੱਲ, ਅੱਜ ਬਸਤਰ, ਅਨਾਜ ਅਤੇ ਕੁਝ ਨਗਦੀ ਲੈਣ ਤੋਂ ਤੁਸੀਂ ਇਨਕਾਰ ਕਿਉਂ ਕੀਤਾ ਹੈ? ਅਤੇ ਇਤਿਹਾਸ ਲਿਖਦਾ ਹੈ, ਦੌਲਤਾਂ ਦਾਈ ਜੀ ਨੇ ਦੋਏ ਹੱਥ ਜੋੜ ਕੇ ਬੇਨਤੀ ਕੀਤੀ, ਮਹਿਤਾ ਜੀ ਮੈਂ ਬਾਲਕ ਦਾ ਦਰਸ਼ਨ ਪਾ ਨਿਹਾਲ ਪਈ, ਨਿਹਾਲ ਪਈ। ਹੁਣ ਇਹ ਗੱਲ ਬੌਧਿਕ ਤੌਰ 'ਤੇ ਮੇਰੇ ਵਰਗੇ ਵਿਅਕਤੀ ਨੂੰ ਜਾਂ ਹੋਰ ਬਹੁਤ ਸਾਰੇ ਵਿਅਕਤੀਆਂ ਨੂੰ ਸਮਝ ਨਹੀਂ ਆਏਗੀ। ਸਾਡੀਆਂ ਆਪਣੀਆਂ ਤਰਕਾਂ ਹੋਣਗੀਆਂ, ਸਾਡੀਆਂ ਆਪਣੀਆਂ ਦਲੀਲਾਂ ਹੋਣਗੀਆਂ, ਸਾਡੀ ਆਪਣੀ ਆਪਣੀ ਇੱਕ ਵਿਆਖਿਆ ਹੋਏਗੀ। ਗੱਲ ਇੱਥੇ ਗੁਰੂ ਸ਼ਖਸੀਅਤ ਦੀ ਹੋ ਰਹੀ ਹੈ, ਉਹ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਜੀ ਦੀ ਹੋ ਰਹੀ, ਜਿਨ੍ਹਾਂ ਦੀ ਚਰਚਾ ਆਪਾਂ ਪਹਿਲਾਂ ਵੀ ਕੀਤੀ ਹੈ। ਕੋ ਪਰਮੇਸ਼ਰ ਦੀ ਜੋਤ ਨੇ, ਜਿਸ ਤਨ ਦੇ ਵਿੱਚ ਜੋਤ ਟਿਕੀ ਹੈ, ਉਸ ਤਨ ਦਾ ਨਾਂ ਦੀ ਵਡਿਆਈ ਨੂੰ ਸਮਾਜ ਅਤੇ ਸੰਸਾਰ ਨੇ ਕਿਵੇਂ ਮੰਨਣਾ ਜਾਂ ਜਾਣਨਾ, ਇਹ ਵੀ ਦ੍ਰਿਸ਼ਟੀ ਦਾ ਇੱਕ ਪੱਖ। ਹੁਣ ਦੌਲਤਾਂ ਦਾਈ ਜੀ ਦੀ ਦ੍ਰਿਸ਼ਟੀ ਆਮ ਸਾਡੇ ਵਰਗੇ ਜੀਵਾਂ ਅਤੇ ਮਨੁੱਖਾਂ ਦੀ ਦ੍ਰਿਸ਼ਟੀ ਨਹੀਂ ਹੈ। ਮਹਿਤਾ ਕਲਿਆਣ ਦਾਸ ਜੀ ਦੀ ਦ੍ਰਿਸ਼ਟੀ ਕੇਵਲ ਸੰਸਾਰਕ ਮਨੁੱਖ ਵਾਲੀ ਦ੍ਰਿਸ਼ਟੀ ਹੈ। ਦੌਲਤਾਂ ਜੀ ਨੇ ਬਹੁਤ ਕਮਾਲ ਦਾ ਉੱਤਰ ਦਿੱਤਾ ਇੱਥੇ, ਮਹਿਤਾ ਜੀ ਮੈਂ ਬਾਲਕ ਦਾ ਦਰਸ਼ਨ ਪਾ ਕੇ ਨਿਹਾਲ ਹੋਈ। ਸਾਡੇ ਲਈ ਬਾਲਕ ਮਹਿਤਾ ਕਲਿਆਣ ਦਾਸ ਜੀ ਲਈ ਛੋਟਾ ਬਾਲਕ, ਪਰ ਇਸ ਦੌਲਤਾਂ ਦਾਈ ਜੀ ਲਈ ਧੰਨ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਅੱਜ ਜਨਮ ਸਮੇਂ ਤੋਂ ਹੀ, ਆਮਦ ਸਮੇਂ ਤੋਂ ਹੀ ਰਹਿਮਤਾਂ ਵੰਡਦੇ, ਸੰਸਾਰ ਦੀ ਝੋਲੀ ਗਿਆਨ ਦੇ ਨਾਲ ਭਰਦੇ ਦਿਖਾਈ ਦੇ ਰਹੇ। ਇਹ ਕਮਾਲ ਦਾ ਵਰਤਾਰਾ ਹੈ ਜਿਹੜਾ ਦੌਲਤਾਂ ਜੀ ਦੀ ਜ਼ਿੰਦਗੀ ਵਿੱਚੋਂ ਪ੍ਰਗਟ ਹੋ ਕੇ ਸਾਹਮਣੇ ਆ ਰਿਹਾ। ਮਹਿਤਾ ਕਲਿਆਣ ਦਾਸ ਜੀ ਬੜੇ ਸਤਿਕਾਰ ਨਾਲ ਕਹਿੰਦੇ, ਦੌਲਤਾਂ ਜੀ ਤੁਸੀਂ ਬਿਨਾਂ ਕੁਝ ਵਸਤੂ, ਪੈਸੇ, ਬਸਤਰ ਲਿਆ ਨਿਹਾਲ ਕਿਵੇਂ ਹੋ ਗਏ, ਤ੍ਰਿਪਤ ਕਿਵੇਂ ਹੋ ਗਏ, ਰੱਜ ਕਿਵੇਂ ਗਏ? ਹੁਣ ਮਹਿਤਾ ਜੀ ਨੂੰ ਕੌਣ ਸਮਝਾਏ ਕਿ ਜਿਹੜੇ ਦੀਦੇ ਦੌਲਤਾਂ ਦਾਈ ਜੀ ਦੇ ਕੋਲ ਹਨ, ਭਾਗਾਂ ਵਾਲਿਓ, ਅਜੇ ਉਹ ਦੀਦੇ ਤੇਰੇ ਕੋਲ ਨਹੀਂ ਹਨ। ਅਜੇ ਮਹਿਤਾ ਕਲਿਆਣ ਦਾਸ ਜੀ ਕੋਲ ਦੀਦੇ ਨਹੀਂ ਹਨ। ਉਹਨਾਂ ਲਈ ਤਾਂ ਇੱਕ ਸਧਾਰਨ ਕਿਰਿਆ ਹੈ, ਘਰ ਦੇ ਅੰਦਰ ਇੱਕ ਬੱਚੇ ਦੀ ਆਮਦ, ਪਹਿਲਾਂ ਭੈਣ ਹੈ, ਹੁਣ ਵੀਰ ਆ ਗਏ। ਹੁਣ ਦੌਲਤਾਂ ਦਾਈ ਜੀ ਨੇ ਬੜੇ ਕਮਾਲ ਦਾ ਉੱਤਰ ਦਿੱਤਾ ਹੈ ਕਿ ਮੈਂ ਬਾਲਕ ਦਾ ਦਰਸ਼ਨ ਪਾ ਨਿਹਾਲ ਪਈ। ਇਹ ਗੱਲ ਹੋਰ ਵੀ ਸਾਖੀ ਦਾ ਕਰਤਾ ਲਿਖਦਾ ਹੈ, ਜਿਹਦੀ ਵਿਆਖਿਆ ਦਾਸ ਤੇ ਨਹੀਂ ਕਰ ਸਕਦਾ।
ਤੇ ਨਾ ਹੀ ਉਸ ਵਾਕਿਆਤ ਉੱਤੇ ਟਿੱਪਣੀ ਕਰਨ ਦੀ ਹਿੰਮਤ ਪੈਦਾ ਹੋ ਰਹੀ। ਦੌਲਤਾਂ ਦਾਈ ਜੀ ਨੇ ਕਿਹਾ, ਮਹਿਤਾ ਜੀ ਮੇਰੇ ਨਾਲ ਬਾਲਕ ਜੀ ਨੇ ਬਿਰਧਾਂ ਵਾਂਗ ਬਚਨ ਕੀਤੇ। ਹੁਣ ਇਹ ਗੱਲ ਆਮ ਸਾਡੇ ਵਰਗੇ ਦਲੀਲ ਬਾਜ਼ਾਂ ਦੇ ਗਲੇ ਤੋਂ ਥੱਲੇ ਨਹੀਂ ਉਤਰਦੀ, ਪਰ ਜੋ ਕੁਝ ਮੈਂ ਦੌਲਤਾਂ ਦਾਈ ਜੀ ਕਹਿ ਰਹੀ ਹੈ, ਆਖ ਰਹੀ ਹੈ, ਉਹ ਇੱਕ ਸੱਚ ਹੈ ਜਿਹਨੂੰ ਕੇਵਲ ਰੂਹ ਦੇ ਤਲ 'ਤੇ ਮਾਣਿਆ ਜਾ ਸਕਦਾ ਹੈ, ਜਿਹਦੀ ਵਿਆਖਿਆ ਸ਼ਬਦਾਂ ਵਿੱਚ ਨਹੀਂ ਹੋ ਸਕਦੀ, ਜਿਹਨੂੰ ਸ਼ਬਦ ਦੁਆਰਾ ਅਸੀਂ ਜਿਹਨੂੰ ਵਿਸਤਾਰ ਨਹੀਂ ਦੇ ਸਕਦੇ। ਸੋ ਇਹ ਜਿਹੜਾ ਵਾਕਿਆਤ ਹੈ ਦੌਲਤਾਂ ਦਾਈ ਜੀ ਦਾ, ਧੰਨ ਗੁਰੂ ਨਾਨਕ ਦਾ ਪਹਿਲਾ ਦਰਸ਼ਨ ਪਾ ਕੇ ਨਿਹਾਲ ਹੋ ਜਾਣ ਵਾਲਾ, ਇਹ ਧੰਨ ਗੁਰੂ ਨਾਨਕ ਜੀ ਦੀ ਵਡੱਤਣ, ਉਹਨਾਂ ਦੀ ਜ਼ਿੰਦਗੀ ਦੇ ਅਗਲੇ ਪੱਖਾਂ ਨੂੰ ਉਜਾਗਰ ਕਰਨ ਦੇ ਲਈ ਬੜਾ ਉਮੀਦ ਭਰਿਆ, ਹੌਸਲੇ ਦਲੇਰੀ ਭਰਿਆ, ਸਾਡੇ ਲਈ ਮਾਰਗ ਦਰਸ਼ਨ ਦਾ ਪ੍ਰਤੀਕ ਬਣ ਕੇ ਸਾਹਮਣੇ ਆਉਂਦਾ ਹੈ। ਸੋ ਆਓ ਅਸੀਂ ਵੀ ਉਸ ਤਲ 'ਤੇ ਜਾ ਕੇ ਬੈਠ ਕੇ ਧੰਨ ਗੁਰੂ ਨਾਨਕ ਜੀ ਨੂੰ ਅਨੁਭਵ ਕਰੀਏ, ਮਹਿਸੂਸ ਕਰੀਏ, ਉਸ ਯੋਗਤਾ ਨੂੰ ਕਿਧਰੇ ਨਾ ਕਿਧਰੇ ਅਸੀਂ ਆਪਣੇ ਵਿੱਚ ਲੈ ਕੇ ਆਈਏ। ਇੰਨੀਆਂ ਬੇਨਤੀਆਂ ਕਬੂਲ ਕਰਨੀਆਂ, ਭੁੱਲਾਂ ਮਾਫ਼ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।